प्यारे सिख्यार्थियों, ਅੱਜ ਦਾ ਜੋ ਸਾਡਾ ਵਿਸ਼ਾ ਹੈ ਆਟੋਮੋਟਿਵ 에ਅਰ ਕੰਡੀਸ਼ਨਿੰਗ ਦੇ ਵਿੱਚ ਅਸੀਂ ਸਾਡੇ ਕਿਸੇ ਵੀ ਵਹੀਕਲ ਦੇ ਵਿੱਚ ਕੰਡੀਸ਼ਨਿੰਗ ਅਤੇ ਉਹਦਾ ਕੰਟਰੋਲ ਉਹਦੇ ਰਿਗਾਰਡਿੰਗ ਅਸੀਂ ਇਹਦੇ ਵਿੱਚ ਗੱਲ ਕਰਾਂਗੇ। ਜੋ ਸਾਡੇ ਮੋਟਰ ਵਹੀਕਲਸ ਨੇ ਉਹਦੇ ਵਿੱਚ ਕੂਲਿੰਗ ਦੇ ਨਾਲ ਹੀਟਿੰਗ, ਵੈਂਟੀਲੇਸ਼ਨ ਤੇ 에ਅਰ ਕੰਡੀਸ਼ਨਿੰਗ ਜੋ ਸਾਡੀ ਕੀਤੀ ਜਾਂਦੀ ਹੈ, ਜਿਵੇਂ HVAC ਦਾ ਮਤਲਬ ਹੈ ਹੀਟਿੰਗ, ਵੈਂਟੀਲੇਸ਼ਨ ਐਂਡ 에ਅਰ ਕੰਡੀਸ਼ਨਿੰਗ। ਜਿਵੇਂ ਤੁਸੀਂ ਹੁਣ ਇੱਥੇ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ, ਜਿਵੇਂ ਤੁਸੀਂ ਪਹਿਲਾਂ ਇਹਦੀ ਕੰਸਟਰਕਸ਼ਨ ਤੇ ਵਰਕਿੰਗ ਜੋ ਹੈ ਸਟੱਡੀ ਕੀਤੀ, ਜੋ ਸਾਡਾ ਵੱਖ-ਵੱਖ ਕੰਪੋਨੈਂਟਸ ਨੇ, ਕੰਪਰੈਸਰ, ਕੰਡੈਂਸਰ, ਐਕਸਪੈਂਸ਼ਨ ਵਾਲਵ, ਉਹਦੇ ਨਾਲ ਅਸੀਂ ਕੂਲਿੰਗ ਪ੍ਰੋਡਿਊਸ ਕਰਦੇ ਹਾਂ। ਇਹਦੇ ਵਿੱਚ ਜੋ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਸਾਡੇ ਕੋਲ ਹੀਟਰ ਕੋਰ ਹੈ। ਹੀਟਰ ਕੋਰ ਦੀ ਹੈਲਪ ਦੇ ਨਾਲ ਜੋ ਸਾਡੇ ਕੈਬਿਨ ਦੇ ਵਿੱਚ ਹੀਟਿੰਗ ਪ੍ਰੋਡਿਊਸ ਕੀਤੀ ਜਾ ਸਕਦੀ ਹੈ। ਆਮ ਤੌਰ 'ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਸਾਡਾ ਇੰਜਨ ਹੈ ਉਹਦੀ ਜੋ ਹੀਟ ਨੂੰ ਰਿਮੂਵ ਕਰਨ ਵਾਸਤੇ ਅਸੀਂ ਇੰਜਨ ਦੇ ਵਿੱਚ ਕੂਲੈਂਟ ਦੀ ਵਰਤੋਂ ਕਰਦੇ ਹਾਂ, ਤਾਂ ਉਹੀ ਕੂਲੈਂਟ ਜੋ ਹੈ ਉਹ ਇੰਜਨ ਦੀ ਹੀਟ ਨੂੰ ਲੈ ਕੇ ਗਰਮ ਹੋ ਜਾਂਦਾ ਹੈ। ਤਾਂ ਉਸ ਕੂਲੈਂਟ ਨੂੰ ਵਾਟਰ ਪੰਪ ਦੀ ਹੈਲਪ ਦੇ ਦੁਆਰਾ ਵਾਟਰ ਪੰਪ ਨਾਲ ਜੋ ਹੈ ਉਸ ਹੀਟਰ ਕੋਰ ਤੱਕ ਪਹੁੰਚਾਇਆ ਜਾਂਦਾ ਹੈ। ਅਤੇ ਜਦੋਂ ਉਹ ਹੀਟਰ ਕੋਰ ਦੇ ਉੱਪਰ ਦੀ ਹਵਾ ਜੋ ਹੈ ਉਹ ਟੱਚ ਕਰਕੇ ਲੰਘਦੀ ਹੈ ਤਾਂ ਹਵਾ ਉਹਦੇ ਤੋਂ ਹੀਟ ਟਰਾਂਸਫਰ ਹੋ ਜਾਂਦੀ ਹੈ, ਤਾਂ ਉਹ ਜੋ ਹਵਾ ਸਾਡੀ ਗਰਮ ਹੋ ਕੇ ਕੈਬਿਨ ਦੇ ਵਿੱਚ ਹੀਟਿੰਗ ਪ੍ਰੋਡਿਊਸ ਕਰਦੀ ਆ। ਤਾਂ ਸਿਮਿਲਰਲੀ ਜੋ ਇਵੈਪੋਰੇਟਰ ਕੋਇਲ ਹੈ ਸਾਡੀ, ਉਹ ਸਾਡੇ 에ਅਰ ਕੰਡੀਸ਼ਨਿੰਗ ਜੋ ਸਿਸਟਮ ਹੈ ਉਹਦੇ ਅਨੁਸਾਰ ਕੂਲਿੰਗ ਪ੍ਰੋਡਿਊਸ ਕਰਦੀ ਆ। ਤਾਂ ਇਸ ਤਰੀਕੇ ਸਾਡੇ ਕੈਬਿਨ ਦੇ ਵਿੱਚ ਅਸੀਂ ਹੀਟਿੰਗ ਪਲੱਸ ਕੂਲਿੰਗ ਜੋ ਹੈ ਉਹ ਪ੍ਰਕਿਰਿਆਵਾਂ ਈਜ਼ੀਲੀ ਤਰੀਕੇ ਦੇ ਨਾਲ ਕਰ ਸਕਦੇ ਹਾਂ। ਜੇ ਅਸੀਂ ਕੰਟਰੋਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਕੰਟਰੋਲ ਮੈਨੂਅਲੀ ਕੰਟਰੋਲ, ਆਟੋਮੈਟਿਕ ਕੰਟਰੋਲ ਇਹ ਹੋ ਸਕਦੇ ਨੇ। ਮੈਨੂਅਲੀ ਕੰਟਰੋਲ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਅਸੀਂ ਆਪਣੇ ਆਪ ਸਾਡੇ ਸਿਸਟਮ ਨੂੰ ਕੰਟਰੋਲ ਕਰਦੇ ਹਾਂ ਕਿ ਸਾਨੂੰ ਕਿੰਨਾ ਟੈਂਪਰੇਚਰ ਰਿਕੁਆਇਰਡ ਹੈ, ਜੋ ਸਾਡੇ ਬਲੋਅਰ ਦੀ ਸਪੀਡ ਹੈ ਉਹ ਸਾਨੂੰ ਕਿੰਨੀ ਚਾਹੀਦੀ ਹੈ, ਹਵਾ ਦਾ ਜੋ ਫਲੋ ਹੈ ਉਹ ਸਾਨੂੰ ਕਿਹੜੀ ਡਾਇਰੈਕਸ਼ਨ ਦੇ ਵਿੱਚ, ਕਿਹੜੀ ਦਿਸ਼ਾ ਦੇ ਵਿੱਚ ਚਾਹੀਦਾ ਹੈ, ਉਸ ਪਰਟੀਕੂਲਰ ਸਵਿੱਚ ਨੂੰ ਟਰਨ ਕਰਕੇ ਉਹਨੂੰ ਔਨ ਕਰਕੇ ਅਸੀਂ ਸਾਡੇ ਸਿਸਟਮ ਨੂੰ ਜੋ ਹੈ ਕੰਟਰੋਲ ਕਰਦੇ ਹਾਂ। ਉਸ ਤਰ੍ਹਾਂ ਦੇ ਸਿਸਟਮ ਨੂੰ ਮੈਨੂਅਲੀ ਕੰਟਰੋਲ ਸਿਸਟਮ ਕਹਿੰਦੇ ਹੈ। ਕਈ ਵਾਰ ਇਹ ਵੀ ਹੁੰਦਾ ਕਿ ਉਸ ਸੈਮੀ ਆਟੋਮੈਟਿਕ ਹੋ ਸਕਦਾ ਕਿ ਅਸੀਂ ਕੁਛ ਚੀਜ਼ਾਂ ਮੈਨੂਅਲੀ ਕੰਟਰੋਲ ਕਰ ਰਹੇ ਹਾਂ ਅਤੇ ਕੁਛ ਸਾਡਾ ਸਿਸਟਮ ਜੋ ਹੈ ਉਹਨੂੰ ਆਟੋਮੈਟਿਕਲੀ ਕੰਟਰੋਲ ਕਰਦਾ। ਉਦਾਹਰਨ ਮਾਤਰ ਕਿ ਅਸੀਂ ਕੋਈ ਟੈਂਪਰੇਚਰ ਸੈੱਟ ਕਰਦੇ ਹਾਂ ਅਤੇ ਥਰਮੋਸਟੈਟ ਦੀ ਹੈਲਪ ਦੇ ਨਾਲ ਜੋ ਸਾਡਾ ਕੰਪਰੈਸਰ ਹੈ ਉਹ ਆਫ ਹੋ ਰਿਹਾ, ਤਾਂ ਸੈਮੀ ਆਟੋਮੈਟਿਕ ਕੰਟਰੋਲ ਦੇ ਵਿੱਚ ਜੋ ਆਪਰੇਟਰ ਹੈ ਉਹਦੇ ਦੁਆਰਾ ਇੱਕ ਜੋ ਨਿਰਧਾਰਤ ਵੇਰੀਏਬਲਸ ਨੇ ਉਹ ਸੈੱਟ ਕੀਤੇ ਜਾਂਦੇ ਹੈ ਅਤੇ ਉਸ ਨਿਰਧਾਰਤ ਵੇਰੀਏਬਲ ਦੇ ਅਨੁਸਾਰ ਜੋ ਸਾਡੇ ਸਿਸਟਮ ਦੇ ਕੰਪੋਨੈਂਟਸ ਨੇ ਉਹ ਸਾਰੇ ਉਹਨੂੰ ਕੰਟਰੋਲ ਕਰਦੇ ਆ। ਜਿਵੇਂ ਅੱਜ ਕੱਲ੍ਹ ਸਾਡੇ ਕੋਲ ਕੰਪਿਊਟਰਾਈਜ਼ਡ ਵਹੀਕਲਸ ਆ ਰਹੇ ਨੇ, ਉਹਦੇ ਵਿੱਚ ਸਾਡਾ ਮਾਈਕਰੋ ਪ੍ਰੋਸੈਸਰ ਕੰਟਰੋਲਡ ਬੇਸਡ ਜੋ ਸਾਡਾ ਇਲੈਕਟ੍ਰੋਨਿਕ ਸਿਸਟਮ ਹੈ, ਉਸ ਸਿਸਟਮ ਦੇ ਨਾਲ ਸਾਡੇ ਸਾਰੇ ਵਹੀਕਲ ਦੇ ਵਿੱਚ ਜੋ ਹੈ ਆਟੋਮੈਟਿਕ ਕੰਟਰੋਲ 에ਅਰ ਕੰਡੀਸ਼ਨਿੰਗ ਦਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਆਕਸਿਲਰੀ ਰੀਅਰ ਹੀਟਿੰਗ ਐਂਡ ਕੂਲਿੰਗ। ਹੁਣ ਕਈ ਵਾਰ ਕੀ ਰੀਅਰ ਦਾ ਮਤਲਬ ਪਿਛਲੀ ਸਾਈਡ 'ਤੇ, ਕਈ ਸਾਡੇ ਵਹੀਕਲਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਲੈਂਥ ਜ਼ਿਆਦਾ ਹੁੰਦੀ ਹੈ। ਉਦਾਹਰਨ ਮਾਤਰ ਕੋਈ ਸਕੂਲ ਵੈਨ ਹੈ ਤਾਂ ਉਹਦੇ ਵਿੱਚ ਅਸੀਂ ਰੀਅਰ ਦੇ ਉੱਪਰ ਸਾਡੇ ਕੋਲ ਆਕਸਿਲਰੀ ਯੂਨਿਟ ਇੱਕ ਵੱਖਰੇ ਤੌਰ 'ਤੇ ਲਾਉਣੇ ਆ ਅਸੀਂ, ਜਾਂ ਸਾਡੇ ਕੋਲ ਜ਼ਿਆਦਾ ਕੋਈ ਲੰਬਾਈ ਦੀ ਜ਼ਿਆਦਾ ਲੈਂਥ ਦੀ ਕਾਰ ਹੈ ਤਾਂ ਕਾਰ ਦਾ ਜੋ ਸਾਡਾ ਪਿਛਲਾ ਹਿੱਸਾ ਉਹਨੂੰ ਅਸੀਂ ਟਰੰਕ ਬੋਲਦੇ ਹਾਂ, ਤਾਂ ਉਸ ਟਰੰਕ ਦੇ ਵਿੱਚ ਅਸੀਂ ਆਕਸਿਲਰੀ ਸਿਸਟਮ ਨੂੰ ਸਾਡੇ ਇੰਸਟਾਲ ਕਰਦੇ ਹਾਂ। ਆਕਸਿਲਰੀ ਸਿਸਟਮ ਮੀਨ ਉਹਦੇ ਨਾਲ ਦੂਸਰਾ ਸਿਸਟਮ, ਜਾਂ ਇਹ ਹੋ ਸਕਦਾ ਕਿ ਅਸੀਂ ਕਿਸੇ ਵੈਨ ਦੇ ਵਿੱਚ ਉਹਨੂੰ ਇੱਕ ਸਾਈਡ 'ਤੇ ਲਗਾਇਆ ਹੋਵੇ ਉਸ ਆਕਸਿਲਰੀ ਸਿਸਟਮ ਨੂੰ, ਜਾਂ ਉਹ ਰੂਫ ਮਾਊਂਟਡ ਹੋ ਸਕਦਾ ਹੈਗਾ। ਜਿਵੇਂ ਬੱਸ ਦੇ ਵਿੱਚ ਅਸੀਂ ਰੂਫ ਮਾਊਂਟਡ 에ਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹਾਂ, ਅਤੇ ਇਹਦੇ ਵਿੱਚ ਸਾਡਾ ਹੀਟਰ ਕੋਰ ਜਿਹਦੇ ਦੁਆਰਾ ਅਸੀਂ ਹੀਟਿੰਗ ਕਰਦੇ ਹਾਂ, ਇਵੈਪੋਰੇਟਰ ਕੋਰ ਜਿਹਦੇ ਦੁਆਰਾ ਅਸੀਂ ਕੂਲਿੰਗ ਕਰਦੇ ਹਾਂ, ਬਲੋਅਰ ਮੋਟਰ ਦੁਆਰਾ ਹਵਾ ਨੂੰ ਖਿੱਚਿਆ ਜਾਂਦਾ ਹੈ। ਜਿਵੇਂ ਅਸੀਂ ਦੋ ਸਿਸਟਮ ਪੜ੍ਹੇ, ਜਾਂ ਐਕਸਪੈਂਸ਼ਨ ਵਾਲਵ ਔਰ ਔਰੀਫਾਈਸ ਟਿਊਬ ਸਾਡਾ ਸਿਸਟਮ ਜਿਹੜਾ ਹੈਗਾ ਉੱਥੇ ਹੋ ਸਕਦਾ ਹੈ। ਜਿਹੜਾ ਆਕਸਿਲਰੀ ਸਿਸਟਮ ਹੁੰਦਾ ਬੇਸਿਕਲੀ ਉਹਦੇ ਵਿੱਚ ਸਾਨੂੰ ਵੱਖਰੇ ਤੌਰ 'ਤੇ ਜੋ ਹੈ ਉਹਨੂੰ ਅਸੀਂ ਕੰਪਰੈਸਰ ਨਹੀਂ ਲਗਾਉਂਦੇ, ਉਹਦਾ ਵੱਖਰੇ ਤੌਰ 'ਤੇ ਇਹਦੇ ਵਿੱਚ ਜਿਹੜੀਆਂ ਟਿਊਬਸ ਨੇ ਉਸੇ ਸਿਸਟਮ ਤੋਂ ਉਹ ਰੈਫਰੀਜਰੈਂਟ ਨੂੰ ਕੈਰੀ ਕਰਦੀਆਂ ਅਤੇ ਵਹੀਕਲ ਦੇ ਫਰੰਟ ਤੋਂ ਕੈਰੀ ਕਰਕੇ ਉਹ ਰੀਅਰ ਇਵੈਪੋਰੇਟਰ ਤੱਕ
ਪਹੁੰਚਾਉਂਦੀਆਂ। ਉਸੇ ਤਰੀਕੇ ਜੋ ਹੀਟਿੰਗ ਕੋਰ ਹੈ ਉਹਦੇ ਵਿੱਚ ਅਸੀਂ ਹੌਟ ਇੰਜਨ ਦਾ ਜੋ ਕੂਲੈਂਟ ਹੈ ਉਹਦੀ ਵਰਤੋਂ ਕਰਦੇ ਹਾਂ, ਤਾਂ ਉਹ ਹੌਟ ਇੰਜਨ ਕੂਲੈਂਟ ਜੋ ਪਾਈਪਸ ਦੇ ਰਾਹੀਂ ਉਹ ਰੀਅਰ ਹੀਟਰ ਨੂੰ ਸਪਲਾਈ ਕੀਤਾ ਜਾਂਦਾ ਹੈ। ਜਿਵੇਂ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਡਿਊਲ ਏਸੀ ਸਿਸਟਮ, ਮਤਲਬ ਕਿ ਇਹਦੇ ਵਿੱਚ ਜੋ ਸਾਡੇ ਡਿਊਲ ਦਾ ਮਤਲਬ ਦੋ, ਜੋ ਸਾਡਾ ਜਿਵੇਂ ਰੀਅਰ ਸਿਸਟਮ ਤੇ ਅਸੀਂ ਗੱਲ ਕੀਤੀ ਹੈ ਉਹਦੇ ਵਿੱਚ ਸਾਡੇ ਕੋਲੇ 2 ਇਵੈਪੋਰੇਟਰ ਤੇ 2 ਕੰਡੈਂਸਰ ਅਸੀਂ ਇੱਥੇ ਯੂਜ਼ ਕਰ ਰਹੇ ਹਾਂ। ਜਿਵੇਂ ਇੱਥੇ ਸਾਡੇ ਕੋਲੇ ਕੰਪਰੈਸਰ ਤੋਂ ਜੋ ਸਾਡੀ ਡਿਸਚਾਰਜ ਹੈ ਉਹ ਡਿਸਚਾਰਜ ਕੰਡੈਂਸਰ ਦੇ ਰਾਹੀਂ ਕਮੂਲੇਟਰ ਜਾਂ ਡਰਾਇਰ ਰਿਸੀਵਰ ਕਹਿ ਸਕਦੇ ਹਾਂ ਅਸੀਂ। ਤਾਂ ਫਿਰ ਇਹਦੇ ਵਿੱਚੋਂ ਜੋ ਸਾਡਾ ਵੈਪੋਰੇਟਰ ਹੈ, ਇੱਕ ਸਾਡਾ ਫਰੰਟ ਡੈਸ਼ਬੋਰਡ ਦੇ ਵਿੱਚ ਇੰਸਟਾਲਡ ਹੈ, ਇੱਕ ਸਾਡਾ ਜੋ ਵੈਪੋਰੇਟਰ ਆ ਉਹ ਰੀਅਰ ਸਾਈਡ ਤੇ ਇੰਸਟਾਲਡ ਹੈ। ਤਾਂ ਉਹਦੇ ਨਾਲ ਜੋ ਸਾਡੀਆਂ ਜ਼ਿਆਦਾ ਲੈਂਥ ਦੇ ਵਹੀਕਲਸ ਨੇ ਉਹਨਾਂ ਦੇ ਵਿੱਚ ਅਸੀਂ ਪ੍ਰੋਪਰ ਜੋ ਹੇਅਰ ਦੀ ਡਿਸਟ੍ਰੀਬਿਊਸ਼ਨ ਹੈ ਉਹ ਕਰ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਰੂਫ ਟਾਪ ਏਸੀ ਦੀ ਗੱਲ ਕੀਤੀ। ਜੋ ਸਾਡੀਆਂ ਬੱਸਸ ਨੇ ਉਹਨਾਂ ਦੇ ਵਿੱਚ ਰੂਫ ਟਾਪ ਦੇ ਵਿੱਚ ਮਤਲਬ ਕਿ ਛੱਤ ਦੇ ਉੱਪਰਲੇ ਪਾਸੇ ਜਿਹੜਾ ਅਵੈਪੋਰੇਟਰ ਹੈ ਤੇ ਕੰਡੈਂਸਰ ਹੈ ਉਹਨੂੰ ਫਿੱਟ ਕੀਤਾ ਜਾਂਦਾ ਹੈ। ਇਹਦੇ ਵਿੱਚ ਇਹ ਹੋ ਸਕਦਾ ਵੀ ਇੰਜਣ ਤੋਂ ਪਾਵਰ ਲੈ ਕੇ ਸਾਡਾ ਕੰਪਰੈਸਰ ਵਰਕ ਕਰ ਰਿਹਾ ਹੈ, ਜਾਂ ਕਈ ਸਾਡੇ ਕੋਲ ਇਹੋ ਜਿਹੇ ਸਿਸਟਮ ਆਉਂਦੇ ਆ ਕਿ ਅਸੀਂ ਉਸ 에ਅਰ ਕੰਡੀਸ਼ਨਿੰਗ ਸਿਸਟਮ ਵਾਸਤੇ ਸਾਡਾ ਵੱਖਰੇ ਤੌਰ ਤੇ ਜੋ ਹੈ ਇੱਕ ਗੈਸੋਲੀਨ ਇੰਜਨ 에ਅਰ ਕੰਡੀਸ਼ਨਿੰਗ ਪ੍ਰੋਡਿਊਸ ਕਰਨ ਵਾਸਤੇ ਯੂਜ਼ ਕਰਦੇ ਆ, ਜਾਂ ਕੋਈ ਇਲੈਕਟ੍ਰੋਨਿਕ ਕੰਟਰੋਲ ਦੇ ਨਾਲ ਸਾਡਾ ਵੱਖਰਾ ਸਿਸਟਮ ਹੁੰਦਾ ਕਿ ਜੇ ਸਾਡਾ ਇੰਜਨ ਉਹਦੇ ਵਿੱਚ ਵਰਕਿੰਗ ਨਹੀਂ ਵੀ ਕਰ ਰਿਹਾ, ਇੰਜਨ ਸਾਡਾ ਬੰਦ ਹੈ, ਫਿਰ ਵੀ ਪੈਸੰਜਰ ਦੀ ਕੰਫਰਟ ਵਾਸਤੇ ਜੋ ਸਾਡਾ 에ਅਰ ਕੰਡੀਸ਼ਨਰ ਹੈ ਉਹ ਆਲਰੇਡੀ ਵਰਕ ਕਰਦਾ ਰਹਿੰਦਾ ਹੈ। ਤਾਂ ਇਹਦੇ ਵਿੱਚ ਰੂਫ ਟਾਪ ਦੇ ਵਿੱਚ ਜੋ ਸਾਡਾ ਅਵੈਪੋਰੇਟਰ ਹੈ ਤੇ ਕੰਡੈਂਸਰ ਯੂਨਿਟ ਹੈ ਉਹਨੂੰ ਛੱਤ ਦੇ ਟੌਪ ਤੇ ਜੋ ਹੈ ਇੰਸਟਾਲ ਕੀਤਾ ਜਾਂਦਾ ਹੈ। ਹਵਾ ਦਾ ਫਲੋ ਉੱਥੇ ਪ੍ਰੋਪਰ ਮਿਲਦਾ ਰਹਿੰਦਾ ਹੈ। ਕੰਡੈਂਸਰ ਫੈਨ ਪ੍ਰੋਵਾਈਡ ਕੀਤੇ ਜਾਂਦੇ ਹੈ। ਬੱਸ ਦੇ ਉੱਪਰਲੇ ਰੂਫ ਸਾਈਡ ਤੇ ਨਾਲ ਡਕਟਿੰਗ ਕੀਤੀ ਜਾਂਦੀ ਹੈ। ਉਸ ਡਕਟ ਦੇ ਰਾਹੀਂ ਜੋ ਹਵਾ ਦਾ ਫਲੋ ਕਰਾ ਕੇ ਹਵਾ ਨੂੰ ਕੰਟਰੋਲ ਕਰਕੇ ਉਸ ਕੈਬਿਨ ਦੇ ਵਿੱਚ ਉਹਦੀ ਡਿਸਟ੍ਰੀਬਿਊਸ਼ਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਜੇ ਅਸੀਂ ਵਾਇਰਿੰਗ ਦੀ ਗੱਲ ਕਰੀਏ, ਉਹਦੇ ਵਾਇਰਿੰਗ ਦੇ ਕੰਟਰੋਲ ਦੀ ਗੱਲ ਕਰੀਏ, ਤਾਂ ਸਾਡੇ ਕੋਲ ਇਲੈਕਟ੍ਰੋਨਿਕ ਕੰਟਰੋਲ ਹੁੰਦਾ ਹੈਗਾ। ਜ਼ਿਆਦਾਤਰ ਜੋ ਸਾਡੇ ਕੰਪੋਨੈਂਟਸ ਨੇ ਸੀਰੀਜ਼ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਉਹਦੇ ਵਿੱਚ ਸਾਡਾ ਜੋ ਹੈ ਬਲੋਅਰ ਸਵਿਚ ਹੋ ਸਕਦਾ ਹੈ, ਫਿਊਜ਼ ਹੋ ਸਕਦਾ ਹੈ, ਥਰਮੋਸਟੈਟਿਕ ਸਵਿਚ, ਲੋ ਪ੍ਰੈਸ਼ਰ, ਹਾਈ ਪ੍ਰੈਸ਼ਰ। ਜਦੋਂ ਸਾਡਾ ਸਿਸਟਮ ਦੇ ਵਿੱਚ ਕਿਤੇ ਪ੍ਰੈਸ਼ਰ ਘੱਟ ਹੋ ਜੇ, ਸਕਸ਼ਨ ਪ੍ਰੈਸ਼ਰ ਘੱਟ ਹੈ, ਤਾਂ ਸਾਡਾ ਸਿਸਟਮ ਜਿਹੜਾ ਵਰਕ ਨਹੀਂ ਕਰੇਗਾ। ਇਸੇ ਤਰ੍ਹਾਂ ਜਿਵੇਂ ਅਸੀਂ 에ਅਰ ਗੈਪ ਦੀ ਗੱਲ ਕੀਤੀ ਸੀ, 에ਅਰ ਗੈਪ ਘੱਟ ਆ ਤਾਂ ਉਹਦੇ ਨਾਲ ਸਾਡਾ ਕੰਪਰੈਸਰ ਕੰਟੀਨਿਊ ਵਰਕ ਕਰ ਰਿਹਾ, ਤਾਂ ਸਾਡਾ ਡਿਸਚਾਰਜ ਪ੍ਰੈਸ਼ਰ ਜੋ ਵੱਧ ਗਿਆ, ਹਾਈ ਪ੍ਰੈਸ਼ਰ ਕਰਕੇ ਸਾਡਾ ਸਿਸਟਮ ਆਫ ਹੋਏਗਾ। ਤਾਂ ਇਲੈਕਟ੍ਰੋਨਿਕ ਕੰਟਰੋਲ ਦੇ ਵਿੱਚ ਬੇਸਿਕਲੀ ਹੁੰਦਾ ਕੀ ਆ ਕਿ ਜਿਵੇਂ ਇਹਨਾਂ ਦੇ ਵਿੱਚੋਂ ਜੇ ਸਾਡਾ ਕੋਈ ਵੀ ਉਹਦੇ ਨਾਲ ਕੀ ਹੁੰਦਾ, ਜੋ ਇਲੈਕਟ੍ਰੋਨਿਕ ਸਿਸਟਮ ਹੈ ਇੱਥੋਂ ਸਾਡੇ ਰਿਲੇ ਨੂੰ ਜੋ ਹੈ ਉਹ ਗਰਾਊਂਡ ਮਿਲਦਾ। ਤਾਂ ਜਦੋਂ ਇੱਥੋਂ ਸਾਨੂੰ ਜੇ ਬਾਕੀ ਸਿਸਟਮ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰਨਗੇ ਤਾਂ ਜਿਹੜਾ ਸਾਡਾ ਇਲੈਕਟ੍ਰੋਨਿਕ ਕੰਟਰੋਲ ਮੋਡਿਊਲ ਹੈ ਉਹਦੇ ਤੋਂ ਸਾਨੂੰ ਰਿਲੇ ਨੂੰ ਜੋ ਅਰਥ ਹੈ ਉਹ ਪ੍ਰੋਵਾਈਡ ਨਹੀਂ ਹੋਊਗਾ। ਤਾਂ ਇਸ ਕਰਕੇ ਜੋ ਸਾਡਾ ਅੱਗੇ ਫਰਦਰ ਸਿਸਟਮ ਹੈ ਕੰਪਰੈਸਰ ਉਹ ਸਾਡਾ ਵਰਕ ਨਹੀਂ ਕਰੇਗਾ। ਇਸੇ ਤਰ੍ਹਾਂ ਹਵਾ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ, ਕਿਉਂਕਿ ਸਾਡੇ ਵਹੀਕਲ ਦੇ ਵਿੱਚ ਕੈਬਿਨ ਜ਼ਰੂਰ ਛੋਟਾ ਹੁੰਦਾ ਹੈ, ਉਸੇ ਕੈਬਿਨ ਦੇ ਵਿੱਚ ਸਾਡੀਆਂ ਸੀਟਸ ਲੱਗੀਆਂ ਹੁੰਦੀਆਂ, ਤਾਂ ਉਹਨਾਂ ਸੀਟਸ ਕਰਕੇ ਜਿਹੜਾ ਹਵਾ ਦਾ ਡਿਸਟ੍ਰੀਬਿਊਟ ਹੋਣਾ ਉਹ ਇੱਕ ਪ੍ਰੋਬਲਮ ਹੈ। ਕਿਉਂਕਿ ਜੇ ਅਸੀਂ ਆਮ ਇੱਕ ਡੋਮੈਸਟਿਕ ਏਸੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਉਸ ਰੂਮ ਦੇ ਵਿੱਚ ਹਵਾ ਦਾ ਪ੍ਰੋਪਰ ਤਰੀਕੇ ਨਾਲ ਜਿਹੜਾ ਡਿਸਟ੍ਰੀਬਿਊਟ ਹੁੰਦਾ, ਪਰ ਇੱਕ ਕੈਬਿਨ ਜੋ ਵਹੀਕਲ ਦਾ ਕੰਪਾਰਟਮੈਂਟ ਹੈ ਉਹਦੇ ਵਿੱਚ ਬਹੁਤ ਸਾਰੀਆਂ ਸੀਟਸ ਹੁੰਦੀਆਂ ਨੇ, ਉਹ ਸੀਟਸ ਕਰਕੇ ਜਿਹੜੀ ਹਵਾ ਦਾ ਫਲੋ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ। ਤਾਂ ਇਸ ਕਰਕੇ ਹਵਾ ਦੇ ਫਲੋ ਵਾਸਤੇ ਵੈਂਟੀਲੇਸ਼ਨ ਵੀ ਬਹੁਤ ਜ਼ਰੂਰੀ ਆ। ਤੇ ਇਹ ਜੋ ਅਸੀਂ ਗੱਲ ਕਰ ਰਹੇ ਹਾਂ ਹੁਣ ਇੱਥੇ ਬਲੈਂਡ ਡੋਰ ਦੀ, ਬਲੈਂਡ ਡੋਰ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਇਹ ਇੱਕ ਜੋ ਸਾਡਾ ਹਵਾ ਦਾ ਰਸਤਾ ਹੈ, ਜੋ ਸਾਡਾ ਹੀਟਰ ਕੰਪਾਰਟਮੈਂਟ ਦੀ ਗੱਲ ਕੀਤੀ ਹੈ ਅਸੀਂ, ਜਾਂ ਅਵੈਪੋਰੇਟਰ ਜਿਹੜਾ ਸਾਡਾ 에ਅਰ ਹੈਂਡਲਿੰਗ ਬਾਕਸ ਹੈ ਜਿਹਨੂੰ ਅਸੀਂ ਅਵੈਪੋਰੇਟਰ ਹਾਊਸਿੰਗ ਜਾਂ ਹੀਟਰ ਹਾਊਸਿੰਗ ਕਹਿੰਦੇ ਆ, ਉਹਦੇ ਵਿੱਚੋਂ ਜੋ ਹਵਾ ਮੂਵ ਕਰਕੇ ਸਾਡੇ ਕੰਪਾਰਟਮੈਂਟ ਦੇ ਵਿੱਚ ਜਾਂਦੀ ਹੈ ਜਾਂ ਉਸ ਹਵਾ ਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰਦੇ ਹਾਂ, ਤਾਂ ਉਹ ਬਲੈਂਡ ਡੋਰ ਦੇ ਦੁਆਰਾ ਉਹਨਾਂ ਦੀ ਮਿਕਸਿੰਗ ਕਰਕੇ ਜੋ ਹੈ ਕੀਤੀ ਜਾਂਦੀ ਹੈ। ਇਹ ਬਲੈਂਡ ਡੋਰ ਦੀ ਜੋ ਓਪਨਿੰਗ ਹੈ ਜਾਂ ਉਹਦਾ ਬੰਦ ਹੋਣਾ ਉਹ ਐਕਚੁਏਟਰ ਦੇ ਦੁਆਰਾ ਕੀਤਾ ਜਾਂਦਾ, ਜਿਨ੍ਹਾਂ ਨੂੰ ਅਸੀਂ ਐਕਚੁਏਟਰ ਬੇਸਿਕਲੀ ਕੀ ਹੈ, ਜਿਵੇਂ ਅਸੀਂ ਕਹਿ ਦਈਏ ਕੋਈ ਮੋਟਰ ਹੈ ਤਾਂ ਉਹਦੇ ਵਿੱਚ ਅਸੀਂ ਇਲੈਕਟ੍ਰਿਕ ਮੋਟਰ ਜਾਂ ਵੈਕਿਊਮ ਮੋਟਰਸ ਦੀ ਵਰਤੋਂ ਕਰ ਸਕਦੇ ਹਾਂ। ਜੋ ਸਾਡਾ ਓਲਡ ਸਿਸਟਮ ਸੀ ਮਕੈਨੀਕਲ ਸਿਸਟਮ, ਉਹਦੇ 'ਚ ਅਸੀਂ ਯੂਜ਼ ਕਰਦੇ ਸੀ ਓਲਡ ਵਹੀਕਲਸ ਦੇ ਵਿੱਚ ਜੋ 에ਅਰ ਦੀ ਬਲੈਂਡਿੰਗ ਦੇ ਲਈ ਅਸੀਂ ਕੇਬਲਸ ਦੀ ਵਰਤੋਂ ਜਿਹੜੀ ਹੈ ਉਹ ਕਰ ਸਕਦੇ ਹਾਂ। ਹੁਣ ਜਿਵੇਂ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਪਾ ਰਹੇ ਹੋ
ਇਹਦੇ ਵਿੱਚ ਬੇਸਿਕਲੀ ਕੀ ਹੈ, ਜਿਹੜਾ ਸਭ ਤੋਂ ਪਹਿਲਾਂ ਸਾਡੇ ਕੋਲੇ ਇਵੈਪੋਰੇਟਰ ਹੈ ਜੋ ਸਾਡਾ ਕੂਲਿੰਗ ਪ੍ਰੋਡਿਊਸ ਕਰਦਾ ਹੈ, ਅਤੇ ਆਹ ਸਾਡਾ ਹੀਟਰ ਹੈ ਜਿਹਦੇ ਵਿੱਚ ਸਾਡਾ ਜੋ ਗਰਮ ਰੈਫਰੀਜਰੈਂਟ ਗਰਮ ਕੂਲੈਂਟ ਜੋ ਇਹਦੇ ਵਿੱਚ ਮੂਵ ਕਰ ਰਿਹਾ, ਜਿਹਦੇ ਦੁਆਰਾ ਹਵਾ ਨੂੰ ਗਰਮ ਕੀਤਾ ਜਾਂਦਾ ਹੈ। ਤਾਂ ਹੁਣ ਜੋ ਸਾਡੀ ਬਲੈਂਡ ਡੋਰ ਹੈ ਉਹ ਨਿਰਧਾਰਿਤ ਕਰਦੇ ਆ ਕਿ ਅਸੀਂ ਹਵਾ ਨੂੰ ਕਿਸ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਹੈ। ਇਸ ਸਾਈਡ ਤੇ ਸਾਡਾ ਬਲੋਅਰ ਹੈ, ਤੁਸੀਂ ਦੇਖ ਪਾ ਰਹੇ ਹੋ ਉੱਪਰਲੀ ਸਾਈਡ ਤੋਂ ਆਊਟਸਾਈਡ 에ਅਰ ਹੈ ਜੋ ਇਹ ਸਾਡੇ ਸਿਸਟਮ ਦੇ ਵਿੱਚ ਐਂਟਰ ਕਰਦੀ ਹੈ। ਜਿਵੇਂ ਇਹ ਸਾਡੇ ਫਰੰਟ ਗ੍ਰਿਲ ਤੇ ਹੋ ਸਕਦੀ ਹੈ, ਜੋ ਵਿੰਡ ਸਕਰੀਨ ਆ ਉਹਦੇ ਬਾਟਮ ਸਾਈਡ ਤੇ ਸਾਡੇ ਵਹੀਕਲ ਤੋਂ ਜੋ ਫਰੈਸ਼ 에ਅਰ ਆ ਉਹ ਐਂਟਰ ਕਰਦੀ ਹੈ, ਜਾਂ ਸਾਡੇ ਵਹੀਕਲ ਦੇ ਵਿੱਚੋਂ ਰੀਸਰਕੂਲੇਟ 에ਅਰ ਆ ਉਹ ਇਸ ਸਾਈਡ ਤੋਂ ਸਾਡੀ ਐਂਟਰ ਕਰ ਰਹੀ ਆ। ਇੱਥੇ ਤੁਸੀਂ ਦੇਖ ਰਹੇ ਹੋ ਜੋ ਸਾਡਾ ਇਹ ਵੈਕਿਊਮ ਮੋਟਰ ਜਾਂ ਇਲੈਕਟ੍ਰਿਕ ਮੋਟਰ ਅਸੀਂ ਐਕਚੁਏਟਰ ਯੂਜ਼ ਕਰ ਰਹੇ ਹਾਂ, ਇਹਦੇ ਦੁਆਰਾ ਜੋ ਆਹ ਡੋਰ ਹੈ ਇਹਦੀ ਓਪਨਿੰਗ ਜਾਂ ਇਹਦੀ ਕਲੋਜ਼ਿੰਗ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ। ਜਿਵੇਂ ਹੁਣ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਪਾ ਰਹੇ ਹੋ ਜੋ ਰੀਸਰਕੂਲੇਟਿੰਗ 에ਅਰ ਹੈ ਉਹਦਾ ਰਸਤਾ ਇੱਥੇ ਬੰਦ ਹੈ, ਤੇ ਜੋ ਆਊਟਸਾਈਡ 에ਅਰ ਆ ਰਹੀ ਹੈ ਉਹ ਵਾਲਾ ਸਾਡਾ ਰਸਤਾ ਓਪਨ ਹੈ। ਤਾਂ ਇਹੀ ਡੋਰ ਜਦੋਂ ਮੂਵ ਕਰਕੇ ਇੱਧਰਲੀ ਸਾਈਡ ਹੋ ਜਾਏਗਾ ਤਾਂ ਉਹਦੇ ਨਾਲ ਸਾਡਾ ਜੋ ਅੰਦਰਲੀ 에ਅਰ ਆ ਉਹੀ ਮੂਵ ਕਰਨੀ ਸ਼ੁਰੂ ਹੋ ਜਾਏਗੀ, ਤੇ ਜੇ ਇਹਦੀ ਪੋਜੀਸ਼ਨ ਬਿਲਕੁਲ ਵਿਚਾਲੇ ਹੈ ਤਾਂ ਉਹਦੇ ਨਾਲ 50-50% ਹੋ ਸਕਦਾ ਕਿ ਉਹਦੇ 'ਚ ਆਊਟਸਾਈਡ 에ਅਰ ਵੀ ਤੇ ਰੀਸਰਕੂਲੇਟਡ 에ਅਰ ਵੀ ਸਾਡੀ ਮਿਕਸ ਹੋ ਰਹੀ ਹੈ। ਹੁਣ ਉਸ 'ਚ ਅੱਗੇ ਦੇਖੋ ਜੋ ਸਾਡਾ ਉਸ ਤੋਂ ਅੱਗੇ ਬਲੈਂਡ 에ਅਰ ਡੋਰ ਹੈ। ਹੁਣ ਇੱਥੋਂ ਜੋ ਸਾਡੀ ਹਵਾ ਹੈ ਉਹ ਇਵੈਪੋਰੇਟਰ ਕੋਰ ਦੇ ਉੱਪਰ ਦੀ ਲੰਘੇਗੀ। ਇਵੈਪੋਰੇਟਰ ਕੋਰ ਦੇ ਉੱਪਰ ਜਦੋਂ ਉਹ ਕ੍ਰੋਸ ਕਰੇਗੀ ਤਾਂ ਉਹ ਹਵਾ ਠੰਡੀ ਹੋ ਜਾਊਗੀ। ਤਾਂ ਹੁਣ ਜੇ ਸਾਨੂੰ ਉਹਦਾ ਪ੍ਰੋਪਰ ਟੈਂਪਰੇਚਰ ਚਾਹੀਦਾ, ਹੁਣ ਇੱਥੇ ਸਾਡਾ ਆਹ ਜੋ ਬਲੈਂਡ ਡੋਰ ਹੈ ਉਹਦੇ ਨਾਲ ਕੀ ਹੋਊਗਾ, ਜਿਹੜੀ ਇਵੈਪੋਰੇਟਰ ਤੋਂ 에ਅਰ ਕ੍ਰੋਸ ਕੀਤੀ ਹੈ ਉਹਨੇ ਸਾਡੇ ਹੀਟਰ ਦੇ ਉੱਪਰੋਂ ਕ੍ਰੋਸ ਕਰਨਾ ਹੈ। ਤਾਂ ਹੀਟਰ ਦੇ ਉੱਪਰੋਂ ਕ੍ਰੋਸ ਕਰਕੇ ਸਿਮਿਲਰਲੀ ਆਹ ਸਾਡਾ ਡੀਫਰੋਸਟ 에ਅਰ ਫਲੋ ਦਾ ਰਸਤਾ ਹੈ, ਤੇ ਉਸ ਤੋਂ ਬਾਅਦ ਜੋ ਸਾਡਾ ਇਹ ਹੈ ਸਾਈਡ ਵਿੰਡੋ ਦਾ ਰਸਤਾ ਹੈ। ਇਹ ਸਾਡੇ ਪੈਨਲ ਨੂੰ ਜੋ ਹਵਾ ਦਾ ਫਲੋ ਜਾ ਰਿਹਾ ਹੈ ਇਹ ਸਾਡਾ, ਜਿਵੇਂ ਹੁਣ ਅਸੀਂ ਕਈ ਵਾਰ ਉਹਦੇ 'ਚ ਤੁਸੀਂ ਅਲੱਗ-ਅਲੱਗ ਕੰਟਰੋਲਸ ਦੇਖੇ ਹੋਣਗੇ ਗੱਡੀ ਦੇ ਵਿੱਚ, ਉਹਦੇ 'ਚ ਸਾਨੂੰ ਫਲੋ ਜਿਹੜਾ ਹਵਾ ਦਾ ਚਾਹੀਦਾ ਉਹ ਫਲੋਰ 에ਅਰ ਫਲੋ ਚਾਹੀਦਾ ਜਾਂ ਵਿੰਡੋ ਵਾਲੀ ਸਾਈਡ 'ਤੇ ਚਾਹੀਦਾ, ਤਾਂ ਉਹ ਇਹਨਾਂ ਡੋਰਸ ਨੂੰ ਕੰਟਰੋਲ ਕਰਦਾ ਹੈ। ਤਾਂ ਉਹਦੇ ਹਿਸਾਬ ਨਾਲ ਜਿਹੜੀ ਹਵਾ ਦੀ ਡਾਇਰੈਕਸ਼ਨ ਉਹ ਕੰਟਰੋਲ ਕੀਤੀ ਜਾਂਦੀ ਹੈ। ਜਦੋਂ ਸਾਨੂੰ ਹੀਟਿੰਗ ਮਤਲਬ ਕਿ ਹੀਟਿੰਗ ਨਹੀਂ ਚਾਹੀਦੀ, ਇਕੱਲੀ ਕੂਲਿੰਗ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਜੋ ਸਾਡਾ ਇਹ ਡੋਰ ਹੈ ਆਹ ਵਾਲਾ ਡੋਰ ਇਹ ਬਿਲਕੁਲ ਇੱਥੇ ਹੀਟਰ ਦੇ ਉੱਪਰ ਆ ਜਾਂਦਾ ਹੈ। ਤਾਂ ਇਹਦੇ ਨਾਲ ਕੀ ਹੁੰਦਾ, ਜੋ ਹਵਾ ਉਹ ਹੀਟਰ ਨਾਲ ਟੱਚ ਨਹੀਂ ਹੁੰਦੀ, ਹਵਾ ਕੱਲੀ ਇਵੈਪੋਰੇਟਰ ਕੋਇਲ ਤੋਂ ਹੋ ਕੇ ਫਰਦਰ ਸਾਡੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੋ ਡਿਸਟ੍ਰੀਬਿਊਟ ਹੁੰਦੀ ਹੈ। ਚਾਹੇ ਸਾਡਾ ਹੀਟਿੰਗ ਸਿਸਟਮ ਹੈ, ਹਰੇਕ ਸਿਸਟਮ ਦੇ ਵਿੱਚ ਹਵਾ ਇਵੈਪੋਰੇਟਰ ਕੋਇਲ ਦੇ ਉੱਪਰ ਹੋ ਕੇ ਕ੍ਰੋਸ ਕਰਦੀ ਆ। ਤਾਂ ਜੇ ਅਸੀਂ ਹੀਟਿੰਗ ਕਰਨੀ ਆ, ਹੀਟਿੰਗ ਦੇ ਕੇਸ 'ਚ ਇਵੈਪੋਰੇਟਰ ਜਿਹੜਾ ਸਾਡਾ ਕੋਰ ਆ ਉਹ ਐਕਟਿਵ ਨਹੀਂ ਹੁੰਦਾ, ਕੱਲੀ ਜੋ ਸਾਡੀ ਹੀਟਿੰਗ ਕੋਰ ਹੈ ਉਹ ਐਕਟਿਵ ਹੁੰਦੀ ਹੈ। ਤਾਂ ਉਹ ਜਰਨਲੀ 에ਅਰ ਹੀਟਰ ਕੋਰ ਦੇ ਉੱਪਰ ਦੀ ਕ੍ਰੋਸ ਕਰਕੇ ਸਾਡੀ ਗਰਮ ਹੋ ਜਾਂਦੀ ਹੈ। ਸਰਦੀਆਂ ਦੇ ਵਿੱਚ ਇਨੀਸ਼ੀਅਲ ਸਟੇਜ ਦੇ ਵਿੱਚ ਜੋ ਸਾਡਾ ਇੰਜਨ ਹੈ ਉਹ ਠੰਡਾ ਹੁੰਦਾ ਹੈ, ਤੇ ਜੇ ਅਸੀਂ ਸ਼ੁਰੂ ਦੇ ਵਿੱਚ ਹੀਟਿੰਗ ਸਾਡੀ ਵਹੀਕਲ ਦੇ ਵਿੱਚ ਪ੍ਰੋਡਿਊਸ ਕਰਨੀ ਆ ਤਾਂ ਉਹਦੇ ਵਾਸਤੇ ਅਸੀਂ ਵੱਖਰੇ ਤੌਰ 'ਤੇ ਉਹਦੇ ਵਿੱਚ ਇਲੈਕਟ੍ਰਿਕ ਹੀਟਰ ਦੀ ਜਿਹੜੀ ਵਰਤੋਂ ਕਰਦੇ ਹਾਂ, ਤੇ ਉਸ ਇਲੈਕਟ੍ਰਿਕ ਹੀਟਰ ਦੇ ਦੁਆਰਾ ਜੋ ਹਵਾ ਨੂੰ ਗਰਮ ਕੀਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਜੋ ਸਾਡਾ ਹੀਟਰ ਹੈ ਉਹ ਇੰਜਨ ਕੂਲੈਂਟ ਦੀ ਹੀਟ ਨੂੰ ਲੈ ਕੇ ਹੀਟਿੰਗ ਲਈ ਯੂਜ਼ ਕਰਦੇ ਆ। ਤੇ ਇਸੇ ਤਰ੍ਹਾਂ ਜੋ ਹੈ ਡਿਸਟ੍ਰੀਬਿਊਸ਼ਨ ਦੇ ਨਾਲ ਵੈਂਟੀਲੇਸ਼ਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਗੱਡੀ ਦੇ ਵਿੱਚ ਆਰਡਰ ਜੋ ਪ੍ਰੋਡਿਊਸ ਹੋ ਸਕਦਾ ਹੈ, ਤਾਂ ਉਸ ਕਰਕੇ ਪ੍ਰੋਪਰ ਤਰੀਕੇ ਦੀ ਵੈਂਟੀਲੇਸ਼ਨ। ਹੁਣ ਵੈਂਟੀਲੇਸ਼ਨ ਵੀ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਕੰਟਰੋਲਡ ਵੈਂਟੀਲੇਸ਼ਨ ਹੈ, ਇੱਕ ਅਨਕੰਟਰੋਲਡ ਵੈਂਟੀਲੇਸ਼ਨ ਹੈ। ਅਨਕੰਟਰੋਲਡ ਮੀਨ ਕਿ ਅਸੀਂ ਆਮ ਤੌਰ 'ਤੇ ਦੇਖਦੇ ਹਾਂ, ਅਸੀਂ ਜੋ ਸਾਡੀ ਵਿੰਡੋ ਦਾ ਜੋ ਸ਼ੀਸ਼ਾ ਉਹਨੂੰ ਡਾਊਨ ਕਰਕੇ ਅਸੀਂ ਹਵਾ ਦਾ ਫਲੋ ਲੈ ਲੈਂਦੇ ਹਾਂ, ਤਾਂ ਉਹ ਅਨਕੰਟਰੋਲਡ ਹੈ। ਇੱਕ ਸਾਡਾ ਕੰਟਰੋਲਡ ਹੈ। ਕੰਟਰੋਲਡ ਦੇ ਵਿੱਚ ਸਾਡੇ ਦੋ ਤਰੀਕੇ ਹੋ ਸਕਦੇ ਆ, ਰੈਮ 에ਅਰ ਤੇ ਪਾਵਰ। ਬਾਏ ਪਾਵਰ ਦੀ ਹੈਲਪ ਮੀਨਸ ਅਸੀਂ ਕਿਸੇ ਬਲੋਅਰ ਨੂੰ ਚਲਾ ਕੇ ਉਹਦੇ ਨਾਲ ਜੋ ਬਾਹਰਲੀ ਫਰੈਸ਼ 에ਅਰ ਹੈ ਉਹਦੀ ਇਨਟੇਕ ਲੈ ਰਹੇ ਆ। ਰੈਮ 에ਅਰ ਦਾ ਮੀਨਿੰਗ ਕੀ ਹੁੰਦਾ ਕਿ ਸਾਡੀ ਡਕਟ ਦੀ ਜੋ ਓਪਨਿੰਗ ਹੈ, ਜਦੋਂ ਸਾਡਾ ਵਹੀਕਲ ਮੂਵ ਕਰਦਾ ਹੈਗਾ ਤਾਂ ਉਹਦੇ ਅਨੁਸਾਰ ਜੋ ਹਵਾ ਹੈ ਉਸ ਫਲੈਪ ਦੇ ਨਾਲ ਇਹਨੂੰ ਕੰਟਰੋਲ ਕੀਤਾ ਜਾਂਦਾ ਹੈ। ਤਾਂ ਉਸ ਫਲੈਪ ਦੇ ਵਿੱਚੋਂ ਜਿਹੜੀ 에ਅਰ ਐਂਟਰ ਹੁੰਦੀ ਹੈ ਤਾਂ ਉਹਦੇ ਨਾਲ ਅਸੀਂ ਫਰੈਸ਼ 에ਅਰ ਰੂਮ ਦੇ ਵਿੱਚ ਆਪਣੇ ਵਹੀਕਲ ਦੇ ਕੰਪਾਰਟਮੈਂਟ 'ਚ ਲੈ ਕੇ ਵੈਂਟੀਲੇਸ਼ਨ ਜੋ ਹੈ ਉਹ ਕਰ ਸਕਦੇ ਆ। ਤਾਂ ਇਹਦੇ ਨਾਲ ਜਿਹੜੀ ਰੈਮ 에ਅਰ ਵਹੀਕਲ ਦੇ ਵਿੱਚ ਆਉਂਦੀ ਹੈ, ਜਦੋਂ ਵਹੀਕਲ ਸਟਾਪ ਕਰਦਾ ਤਾਂ ਉਹਦੇ ਨਾਲ ਉਹਦਾ ਜਿਹੜਾ ਮੋਸ਼ਨ ਹੈ ਉਹ ਘਟ ਜਾਂਦਾ, ਤਾਂ ਉਦੋਂ ਜਿਹੜੀ ਫਰੈਸ਼ 에ਅਰ ਹੈ ਸਾਡੇ ਵਹੀਕਲ ਦੇ ਵਿੱਚ ਐਂਟਰ ਕਰਦੀ ਹੈ। ਤਾਂ ਇਸੇ ਤਰ੍ਹਾਂ ਪਾਵਰ ਵੈਂਟੀਲੇਟਿੰਗ
ਜੋ ਹੋ ਸਕਦੀ ਹੈ ਇਲੈਕਟ੍ਰਿਕ ਬਲੋਅਰ ਜਾਂ ਫੈਨ ਦੇ ਨਾਲ ਅਸੀਂ ਜਿਹੜੀ ਸਰਕੂਲੇਸ਼ਨ ਕਰਦੇ ਹਾਂ ਉਹਦੇ 'ਚ ਵਹੀਕਲ ਦੀ ਸਪੀਡ ਦਾ ਕੋਈ ਇਫੈਕਟ ਨਹੀਂ ਹੁੰਦਾ। ਇਸੇ ਤਰ੍ਹਾਂ ਅਸੀਂ ਬਲੋਅਰ ਦੀ ਸਪੀਡ ਨੂੰ ਕੰਟਰੋਲ ਕਰਦੇ ਹਾਂ। ਜੋ ਸਾਡੇ ਓਲਡ ਵਹੀਕਲ ਸੀ ਉਹਨਾਂ ਦੇ ਵਿੱਚ ਅਸੀਂ ਕੋਇਲ ਟਾਈਪ ਜੋ ਸਿਸਟਮ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਜੋ ਸਾਡੀਆਂ ਕੋਇਲਸ ਨੇ, ਜਿਵੇਂ ਹੁਣ ਤੁਸੀਂ ਇਸ ਇਮੇਜ 'ਚ ਦੇਖ ਪਾ ਰਹੇ ਹੋ 1 2 3 3 ਕੋਇਲਸ ਅਸੀਂ ਸੀਰੀਜ਼ ਦੇ ਵਿੱਚ ਯੂਜ਼ ਕੀਤੀਆਂ ਹੋਈਆਂ ਨੇ। ਉਹਨਾਂ ਦੀ ਜਿਹੜੀ ਥਿਕਨੈਸ ਹੈ ਉਹ ਵੱਖ-ਵੱਖ ਹੁੰਦਾ ਹੈ। ਉਸੇ ਤਰ੍ਹਾਂ ਉਹਨਾਂ ਦਾ ਰਜਿਸਟੈਂਸ ਅਫੈਕਟ ਕਰਦਾ ਜਿਹੜਾ ਬਲੋਅਰ ਦੀ ਸਪੀਡ ਨੂੰ। ਤਾਂ ਉਹਦੇ ਵਿੱਚ ਅਸੀਂ 3 ਸਪੀਡਸ ਜਿਹੜੀਆਂ ਹੈਗੀਆਂ ਬਲੋਅਰ ਤੋਂ ਪ੍ਰੋਡਿਊਸ ਕਰ ਸਕਦੇ ਹਾਂ ਉਸ ਕੋਇਲ ਦੀ ਰਜਿਸਟੈਂਸ ਦੇ ਹਿਸਾਬ ਨਾਲ। ਪਰ ਮਾਡਰਨ ਵਹੀਕਲਸ ਦੇ ਵਿੱਚ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਮਾਈਕਰੋ ਪ੍ਰੋਸੈਸਰ ਕੰਟਰੋਲ ਹੈ, ਤਾਂ ਇਲੈਕਟ੍ਰੋਨਿਕ ਟਾਈਪ ਦੇ ਵਿੱਚ ਜੋ ਸਾਡਾ ਲੋ ਕਰੰਟ ਹੈ, ਇਲੈਕਟ੍ਰੋਨਿਕ ਕੰਟਰੋਲ ਮੋਡਿਊਲ ਦੀ ਹੈਲਪ ਨਾਲ ਉਸ ਲੋ ਕਰੰਟ ਦੇ ਸਿਗਨਲ ਨੂੰ ਹਾਈ ਕਰੰਟ ਦੀ ਸਿਗਨਲ ਦੇ ਵਿੱਚ ਜਿਹੜਾ ਹੈ ਕਨਵਰਟ ਕਰਕੇ ਉਹ ਵੋਲਟੇਜ ਬਲੋਅਰ ਮੋਟਰ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਅਤੇ ਉਹਦੇ ਨਾਲ ਅਸੀਂ ਬਹੁਤ ਸਾਰੀਆਂ ਜੋ ਵੱਖ-ਵੱਖ ਸਪੀਡਸ ਨੇ ਉਹ ਬਲੋਅਰ ਤੋਂ ਲੈ ਕੇ ਸਾਡੇ ਬਲੋਅਰ ਦੀ ਸਪੀਡ ਨੂੰ ਕੰਟਰੋਲ ਕਰ ਸਕਦੇ ਹਾਂ। ਰੀਅਰ ਵਿੰਡੋ ਡੀਫੌਗਰ ਕੰਟਰੋਲ ਹੈ। ਰੀਅਰ ਵਿੰਡੋ ਡੀਫੌਗਰਸ ਕੀ ਹੁੰਦਾ ਹੈ, ਜਦੋਂ ਸਾਡਾ ਬਾਹਰਲਾ ਟੈਂਪਰੇਚਰ ਅਤੇ ਅੰਦਰਲੇ ਟੈਂਪਰੇਚਰ ਦੇ ਵਿੱਚ ਫਰਕ ਹੁੰਦਾ ਹੈ ਤਾਂ ਸਾਡੇ ਜੋ ਵਿੰਡੋਜ਼ ਦੇ ਗਲਾਸ ਨੇ ਉਹਨਾਂ ਦੇ ਉੱਪਰ ਫੌਗ ਆਉਣੀ ਸ਼ੁਰੂ ਹੋ ਜਾਂਦੀ ਆ। ਤਾਂ ਉਸ ਫੌਗ ਨੂੰ ਰਿਮੂਵ ਕਰਨਾ ਸਾਡੇ ਲਈ ਜ਼ਰੂਰੀ ਆ। ਤਾਂ ਜਿਹੜਾ ਇਹ ਸਾਡਾ ਰੀਅਰ ਵਿੰਡੋ ਡੀਫੌਗਰ ਹੈ ਉਹ ਸਾਡੀ ਫੌਗ ਨੂੰ ਰਿਮੂਵ ਕਰਨ ਦਾ ਕੰਮ ਕਰਦਾ ਹੈ। ਤਾਂ ਉਹਦੇ ਵਿੱਚ ਅਸੀਂ ਇੱਕ ਰੈਜ਼ਿਸਟੈਂਸ ਵਾਇਰ ਇਲੈਕਟ੍ਰੀਕਲ ਹੀਟਰ ਯੂਜ਼ ਕਰਦੇ ਹਾਂ ਜਿਹੜਾ ਕਿ ਹੀਟ ਪ੍ਰੋਵਾਈਡ ਕਰਦਾ ਹੈ। ਜਦੋਂ ਅਸੀਂ ਸਵਿਚ ਸਾਡੇ ਡੀਫੌਗਰ ਦੀ ਔਨ ਕਰਦੇ ਹਾਂ ਤਾਂ ਕਰੰਟ ਜੋ ਹੈ ਸਾਡੀ ਉਸ ਰੈਜ਼ਿਸਟੈਂਸ ਵਾਇਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਦੋਂ ਹੀ ਕਰੰਟ ਜਾਣਾ ਸ਼ੁਰੂ ਹੋ ਜਾਂਦਾ ਸਾਡੇ ਕੰਟਰੋਲ ਪੈਨਲ ਦੇ ਵਿੱਚ ਇੱਕ ਜੋ ਲਾਈਟ ਹੈ ਉਹ ਜਗਣਾ ਸ਼ੁਰੂ ਹੋ ਜਾਂਦੀ ਹੈ ਅਤੇ ਉਹਦੇ ਨਾਲ ਹੀ ਟਾਈਮਰ ਸਟਾਰਟ ਹੋ ਜਾਂਦਾ ਹੈ। ਤਾਂ ਉਹ ਜੋ ਕਰੰਟ ਹੈ ਕੁਛ ਸਮੇਂ ਵਾਸਤੇ ਉਸ ਵਾਇਰ ਨੂੰ ਪ੍ਰੋਡਿਊਸ ਹੁੰਦਾ ਹੈ। ਤਾਂ ਜਿਵੇਂ ਹੀ ਕਰੰਟ ਉਸ ਵਾਇਰ ਦੇ ਵਿੱਚ ਫਲੋ ਕਰਦਾ ਤਾਂ ਉਹ ਹੌਟ ਹੋ ਜਾਂਦੀ ਹੈ ਅਤੇ ਉਸ ਵਿੰਡੋ ਨੂੰ ਹੀਟ ਕਰਕੇ ਜੋ ਡੀਫੌਗਿੰਗ ਦਾ ਕੰਮ ਕਰਦੀ ਹੈ। ਤਾਂ ਉਸ ਸਮੇਂ ਤੋਂ ਬਾਅਦ ਜੋ ਸਾਡਾ ਡੀਫੌਗਰ ਹੈ ਉਹ ਆਟੋਮੈਟਿਕਲੀ ਬੰਦ ਹੋ ਜਾਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਕੰਟਰੋਲ ਸਿਸਟਮ ਦੇ ਵਿੱਚ ਜਿਵੇਂ ਸਾਡੇ ਕੋਲ AC ਦੇ ਵਿੱਚ ਜੋ ਸਵਿਚ ਹੁੰਦਾ ਉਹਦੇ ਨੀਚੇ ਤੁਸੀਂ ਦੇਖਿਆ ਉਹ ਇਕੋਨਮੀ ਮੋਡ ਹੁੰਦਾ ਹੈ। ਇਕੋਨਮੀ ਮੋਡ ਦੇ ਨਾਲ ਜੋ ਸਾਡਾ ਫਿਊਲ ਦੀ ਕੰਜਪਸ਼ਨ ਘੱਟ ਹੁੰਦੀ ਆ, ਉਦੋਂ ਬੇਸਿਕਲੀ ਹੁੰਦਾ ਕੀ ਹੈ, ਥਰਮਿਸਟਰ ਐਂਪਲੀਫਾਇਰ ਅੱਜ ਕੱਲ੍ਹ ਅਸੀਂ ਯੂਜ਼ ਕਰਦੇ ਹਾਂ। ਜੋ ਥਰਮਿਸਟਰ ਉਹ ਟੈਂਪਰੇਚਰ ਨੂੰ ਸੈਂਸ ਕਰਦਾ ਹੈਗਾ, ਤਾਂ ਉਹ ਟੈਂਪਰੇਚਰ ਨੂੰ ਸੈਂਸ ਕਰਕੇ ਉਹਦੇ ਅਕੋਰਡਿੰਗਲੀ ਜੋ ਸਾਡੀ ਵਰਕਿੰਗ ਹੁੰਦੀ ਹੈ ਅਤੇ ਟੈਂਪਰੇਚਰ ਨੂੰ ਉਹ ਹਾਇਰ ਸੈੱਟ ਕਰਕੇ ਨੋਰਮਲ AC ਮੋਡ ਨਾਲੋਂ ਜੋ ਹਾਇਰ ਟੈਂਪਰੇਚਰ ਸੈੱਟ ਹੁੰਦਾ ਇਕੋਨਮੀ ਮੋਡ ਦੇ ਵਿੱਚ। ਤਾਂ ਇਹਦਾ ਮਤਲਬ ਜੇ ਹਾਇਰ ਟੈਂਪਰੇਚਰ ਸੈੱਟ ਹੋਊਗਾ ਤਾਂ ਕੰਪਰੈਸਰ ਜ਼ਿਆਦਾ ਸਮੇਂ ਵਾਸਤੇ ਸਾਡਾ ਬੰਦ ਰਹੂਗਾ, ਤਾਂ ਜਿਹਦੇ ਕਰਕੇ ਇੰਜਣ ਦੇ ਉੱਪਰ ਲੋਡ ਘੱਟ ਜਾਂਦਾ, ਸਾਡੇ ਇੰਜਣ ਦੀ ਪਰਫੋਰਮੈਂਸ ਉਹਦੇ ਨਾਲ ਜ਼ਿਆਦਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਕੰਪਰੈਸਰ ਦੇ ਸਾਡੇ ਏਅਰ ਕੰਡੀਸ਼ਨਿੰਗ ਦੇ ਪ੍ਰੋਪਰ ਕੰਟਰੋਲ ਵਾਸਤੇ, ਪ੍ਰੋਪਰ ਵਰਕਿੰਗ ਵਾਸਤੇ ਕੰਪਰੈਸਰ ਦੀ ਲੁਬਰੀਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਇਹਦੇ 'ਚ ਜਿਹੜੀ ਲੁਬਰੀਕੇਸ਼ਨ ਹੈ ਉਹਦੇ ਜਿਹੜਾ ਸਾਡਾ ਕੰਪਰੈਸਰ ਹੈ ਉਹਦੇ ਡਿਜ਼ਾਈਨ ਜਾਂ ਮੈਨੂਫੈਕਚਰ ਦੇ ਉੱਪਰ ਡਿਪੈਂਡ ਕਰਦੀ ਹੈ। ਅਸੀਂ ਵੱਖ-ਵੱਖ ਤਰ੍ਹਾਂ ਦੇ ਕੰਪਰੈਸਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜੋ ਰੈਫਰੀਜਰੈਂਟ ਆਇਲ ਹੈ ਉਹਨਾਂ ਦੀ ਵਰਤੋਂ ਕਰਦੇ ਆ। ਕਿਸੇ ਵੀ ਕੰਪਰੈਸਰ ਦੇ ਵਿੱਚ ਕਰੈਕਟ ਆਇਲ ਦੀ ਵਰਤੋਂ ਹੋਣੀ ਚਾਹੀਦੀ ਹੈ। ਉਹ ਕੰਪਰੈਸਰ ਦੇ ਟੈਗ ਦੇ ਉੱਪਰ ਵੀ ਮੈਂਸ਼ਨ ਹੁੰਦਾ ਹੈ ਕਿ ਇਹਦੇ ਵਿੱਚ ਕਿਸ ਤਰ੍ਹਾਂ ਦਾ ਆਇਲ ਵਰਤਿਆ ਜਾ ਸਕਦਾ ਹੈ। ਕਈ ਵਾਰ ਅਸੀਂ ਜੇ ਕੋਈ ਹੋਰ ਆਇਲ ਉਸ ਕੰਪਰੈਸਰ ਦੇ ਵਿੱਚ ਯੂਜ਼ ਕਰਦੇ ਹਾਂ ਤਾਂ ਉਹ ਸਾਡੇ ਵਾਸਤੇ ਹਾਰਮਫੁਲ ਹੋ ਸਕਦਾ ਹੈ। ਅਤੇ ਕਦੇ ਵੀ ਇਸ ਜੋ ਸਾਡੇ ਲੁਬਰੀਕੇਸ਼ਨ ਆਇਲ ਨੇ, ਰੈਫਰੀਜਰੈਂਟ ਆਇਲਸ ਨੇ, ਇਹਨਾਂ ਦੇ ਵਿੱਚ ਮੋਇਸਚਰ ਨੂੰ ਅਬਜ਼ੋਰਵ ਕਰਨ ਦੀ ਸਮਰੱਥਾ ਹੁੰਦੀ ਹੈ। ਤਾਂ ਇਸ ਕਰਕੇ ਇਹਨਾਂ ਨੂੰ ਵਰਤਣ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸਾਡੇ ਕੰਪਰੈਸਰ ਦੇ ਵਿੱਚ ਜਿਹੜੇ ਅਸੀਂ ਲੁਬਰੀਕੇਸ਼ਨ ਆਇਲ ਬੇਸਿਕਲੀ ਯੂਜ਼ ਕਰਦੇ ਹਾਂ, PA ਆਇਲ, PAG ਆਇਲ, ਪੋਲੀਸਟਰ ਆਇਲ, ਮਿਨਰਲਸ ਆਇਲਸ, ਇਹ ਜੋ ਆਇਲ ਨੇ ਵੱਖ-ਵੱਖ ਗ੍ਰੇਡ ਦੇ ਜੋ ਰੈਫਰੀਜਰੈਂਟਸ ਨੇ ਉਹਨਾਂ ਦੇ ਨਾਲ ਇਹਨਾਂ ਦੀ ਵਰਤੋਂ ਜਿਹੜੀ ਹੈ ਕੀਤੀ ਜਾਂਦੀ ਹੈ। ਅੱਜ ਦੇ ਅਸੀਂ ਇਸ ਟੌਪਿਕ ਦੇ ਵਿੱਚ ਕੰਡੀਸ਼ਨਿੰਗ ਅਤੇ ਉਹਨਾਂ ਦੇ ਕੰਟਰੋਲਸ ਦੇ ਰਿਗਾਰਡਿੰਗ ਗੱਲ ਕੀਤੀ ਹੈ ਜੀ। ਧੰਨਵਾਦ।